बाप बेटा त्रुपाना त्यामेन सब भैन भरावां ਨੂੰ ਯਿਸੂ ਮਸੀਹ ਸਲਾਮ ਗੁੱਡ ਮਾਰਨਿੰਗ ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਨੂੰ ਅੱਜ ਦਾ ਦਿਨ ਅੱਜ ਦਾ ਸਮਾਂ ਦਿੱਤਾ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦੇ ਅੱਗੇ ਬੇਨਤੀਆਂ ਕਰੀਏ, ਧੰਨਵਾਦ ਕਰੀਏ, ਉਸ ਦੀ ਮਹਿਮਾ ਤੇ ਵਡਿਆਈ ਕਰੀਏ। ਪ੍ਰਭੂ ਦੇ ਪਿੱਤਰ ਚਰਨ ਚੜ੍ਹ ਕੇ ਪ੍ਰਾਰਥਨਾ ਕਰਦੇ ਹਾਂ, ਬੇਨਤੀਆਂ ਕਰਦੇ ਹਾਂ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਅਕਲ ਬੁੱਧੀ ਗਿਆਨ ਦੇਵੇ, ਪਵਿੱਤਰ ਆਤਮਾ ਦੀ ਸ਼ਕਤੀ ਦੇਵੇ ਕਿ ਅਸੀਂ ਪ੍ਰਭੂ ਦੇ ਪਵਿੱਤਰ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਿੱਤਰ ਬਾਈਬਲ 'ਚੋਂ ਪੜ੍ਹਨਾ ਇਤਨਾਵਾਂ ਨਿਆਂਇਆਂ ਚੈਪਟਰ 11 29 ਤੋਂ 39 ਐਤਾਂ ਪੜ੍ਹਾਂਗੇ। ਜੱਜਸ ਚੈਪਟਰ 11 verses 29 till 39। Ephraim fights with the Jephthah। ਇਫਰਾਮ ਦਾ ਜਿਫਤਾ ਦੇ ਨਾਲ ਲੜਾਈ ਕਰਨਾ। ਤਦ ਜਿਫਤਾ ਉੱਤੇ ਪਰਮੇਸ਼ਰ ਦਾ ਆਤਮਾ ਉਤਰ ਆਇਆ ਅਤੇ ਉਹ ਗਿਲਿਆਦ ਅਤੇ ਮਨਸ਼ਾ ਤੋਂ ਦੀ ਲੰਘਦਾ ਹੋਇਆ ਮਿਸਪਾ ਤੋਂ ਹੋ ਕੇ ਅਮੋਨ ਤੱਕ ਗਿਆ। ਜਿਫਤਾ ਨੇ ਪ੍ਰਭੂ ਸਾਹਮਣੇ ਪ੍ਰਤਿਗਿਆ ਕੀਤੀ, ਜੇਕਰ ਤੂੰ ਮੈਨੂੰ ਜਿੱਤ ਦੇਵੇਂਗਾ, ਵਾਪਸੀ ਤੇ ਮੇਰੇ ਘਰ ਦੇ ਬੂਹੇ ਵਿੱਚੋਂ ਪਹਿਲੇ ਮਨੁੱਖ ਦੀ ਹੋਮ ਬਲੀ ਤੇਰੇ ਸਾਹਮਣੇ ਚੜਾਵਾਂਗਾ। ਤਦ ਜਿਫਤਾ ਨੇ ਦਰਿਆ ਪਾਰ ਕਰਕੇ ਅਮੋਨੀ ਲੋਕਾਂ ਉੱਤੇ ਚੜਾਈ ਕੀਤੀ ਅਤੇ ਪ੍ਰਭੂ ਨੇ ਉਸ ਨੂੰ ਉਹਨਾਂ 'ਤੇ ਜਿੱਤ ਦਿੱਤੀ। ਜਿਫਤਾ ਨੇ ਅਰੋਹੇਰ ਤੋਂ ਲੈ ਕੇ ਮਨੀਅਤ ਤੱਕ 20 ਸ਼ਹਿਰਾਂ ਅਤੇ ਏਬਲ ਕਰੀਮਮ ਤੱਕ ਭਿਅੰਕਰ ਕਤਲੇਆਮ ਕੀਤਾ। ਸੋ ਅਮੋਨੀ ਉਸ ਦੇ ਹੱਥੋਂ ਹਾਰੇ ਗਏ। ਜਿਫਤਾ ਦੀ ਧੀ। ਤਦ ਜਿਫਤਾ ਮਿਸਫਾ ਵਿੱਚ ਵਾਪਸ ਮੁੜ ਕੇ ਆਇਆ ਤਾਂ ਉਸ ਦੇ ਘਰੋਂ ਸਭ ਤੋਂ ਪਹਿਲਾਂ ਉਸ ਦੀ ਇਕਲੌਤੀ ਇੱਕਮਾਤਰ ਧੀ ਡਫ ਵਜਾਉਂਦੀ ਅਤੇ ਨੱਚਦੀ ਆਪਣੇ ਪਿਤਾ ਨੂੰ ਮਿਲਣ ਆਈ। ਜਿਫਤਾ ਨੇ ਉਸ ਨੂੰ ਦੇਖ ਕੇ ਹਾਂ ਭਰੀ ਅਤੇ ਕਿਹਾ, ਇਹ ਮੇਰੀ ਧੀਏ, ਤੂੰ ਮੇਰਾ ਦਿਲ ਕਿਉਂ ਤੋੜਿਆ? ਮੈਂ ਬਹੁਤ ਦੁਖੀ ਹਾਂ। ਮੈਂ ਪ੍ਰਭੂ ਸਾਹਮਣੇ ਪ੍ਰਤਿਗਿਆ ਕੀਤੀ ਹੈ ਜੋ ਮੈਂ ਵਾਪਸ ਨਹੀਂ ਲੈ ਸਕਦਾ। ਉਸ ਦੀ ਧੀ ਨੇ ਉੱਤਰ ਦਿੱਤਾ, ਪਿਤਾ ਜੀ, ਤੁਸੀਂ ਪ੍ਰਭੂ ਨੂੰ ਆਪਣੀ ਦਿੱਤੀ ਪ੍ਰਤਿਗਿਆ ਅਨੁਸਾਰ ਮੇਰੇ ਨਾਲ ਕਰੋ। ਪ੍ਰਭੂ ਨੇ ਤੈਨੂੰ ਤੇਰੇ ਵੈਰੀ ਅਮੋਨੀਆਂ ਦੇ ਵਿਰੁੱਧ ਜਿੱਤ ਦਿੱਤੀ ਹੈ। ਪਰ ਉਸਨੇ ਆਪਣੇ ਪਿਤਾ ਨੂੰ ਅੱਗੇ ਕਿਹਾ, ਪਰ ਤੁਸੀਂ ਮੇਰੇ ਲਈ ਇੰਨਾ ਕਰੋ ਕਿ ਮੈਨੂੰ 2 ਮਹੀਨੇ ਤੱਕ ਇਕੱਲਿਆਂ ਰਹਿਣ ਦਿਓ। ਮੈਂ ਆਪਣੀਆਂ ਸਹੇਲੀਆਂ ਨਾਲ ਪਹਾੜਾਂ ਵਿੱਚ ਮਰਨ ਤੋਂ ਪਹਿਲਾਂ ਆਪਣੇ ਕੁਆਰੇਪੁਣੇ ਦਾ ਸੋਗ ਕਰਾਂ। ਉਸਨੇ ਆਪਣੀ ਧੀ ਨੂੰ ਉਸ ਦੀਆਂ ਸਹੇਲੀਆਂ ਨਾਲ ਘੱਲ ਦਿੱਤਾ। ਤਦ ਉਹ ਆਪਣੀਆਂ ਸਹੇਲੀਆਂ ਨਾਲ ਪਹਾੜ ਵਿੱਚ ਗਈ ਅਤੇ ਸੋਗ ਕੀਤਾ, ਕਿਉਂਕਿ ਉਹ ਕੁਆਰੀ ਬਿਨਾਂ ਆਦਮੀ ਨਾਲ ਸੰਗ ਕੀਤਿਆਂ ਮਰ ਰਹੀ ਸੀ। 2 ਮਹੀਨਿਆਂ ਦੇ ਪਿੱਛੋਂ ਉਹ ਵਾਪਸ ਆਪਣੇ ਪਿਤਾ ਕੋਲ ਆਈ। ਉਸਦੇ ਪਿਤਾ ਨੇ ਆਪਣੀ ਪ੍ਰਭੂ ਅੱਗੇ ਕੀਤੀ ਪ੍ਰਤਿਗਿਆ ਅਨੁਸਾਰ ਕੀਤਾ ਅਤੇ ਉਹ ਕੁਆਰੀ ਹੀ ਮਰ ਗਈ। ਹੁਣ ਯਹੂਦੀ ਕੁਆਰੀਆਂ ਵਿੱਚ ਇਹ ਰੀਤ ਹੈ ਜਿਸ ਅਨੁਸਾਰ ਉਹ ਹਰ ਸਾਲ 4 ਦਿਨਾਂ ਦੇ ਲਈ ਬਾਹਰ ਜਿਫਤਾ ਦੀ ਧੀ ਲਈ ਸੋਗ ਮਨਾਉਣ ਜਾਂਦੀਆਂ ਹਨ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਇਹਨਾਂ ਵਚਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਜਦੋਂ ਅਸੀਂ ਕੋਈ ਪਰਮੇਸ਼ਰ ਅੱਗੇ ਪ੍ਰਤਿਗਿਆ ਜਾਂ ਪ੍ਰੋਮਿਸ ਕਰਦੇ ਹਾਂ, ਉਸ ਨੂੰ ਤੋੜਨਾ ਨਹੀਂ ਸਗੋਂ ਪੂਰਾ ਕਰਦੇ ਹਾਂ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਨੰਬਰਸ ਚੈਪਟਰ 30 verses 1 and 2, ਡਿਟਰੋਨੋਮੀ ਚੈਪਟਰ 23 verses 21 till 23, ਗਿਣਤੀ ਦਾ ਗ੍ਰੰਥ ਚੈਪਟਰ 30 1 ਤੇ 2 ਆਇਤਾਂ, ਵਿਵਸਥਾ ਸਾਰ ਚੈਪਟਰ 23 21 ਤੋਂ 23 ਆਇਤਾਂ। ਜਿਸ ਤਰ੍ਹਾਂ ਜਿਫਤਾ ਨੇ ਪਰਮੇਸ਼ਰ ਅੱਗੇ ਪ੍ਰਤਿਗਿਆ ਕੀਤੀ ਸੀ ਕਿ ਜੇਕਰ ਪ੍ਰਭੂ ਤੂੰ ਮੈਨੂੰ ਮੇਰੇ
ਦੁਸ਼ਮਣਾਂ ਤੇ ਜਿੱਤ ਦੇਵੇਂਗਾ, ਮੈਂ ਤੈਨੂੰ ਉਸ ਦੀ ਬਲੀ ਚੜਾਵਾਂਗਾ, ਜੋ ਕੋਈ ਵੀ ਮੇਰੇ ਪਰਿਵਾਰ ਵਿੱਚੋਂ ਮੇਰੇ ਜਿੱਤਣ ਤੋਂ ਬਾਅਦ ਮੇਰੇ ਸਾਹਮਣੇ ਆਏਗਾ। ਯਿਫਤਾਹ ਨੂੰ ਪਰਮੇਸ਼ਰ ਨੇ ਸ਼ਕਤੀ ਦਿੱਤੀ, ਉਸਦੇ ਦੁਸ਼ਮਣਾਂ ਉੱਤੇ ਉਸਨੂੰ 20 ਸ਼ਹਿਰਾਂ ਦੀ ਜਿੱਤ ਦਿੱਤੀ। ਜਦੋਂ ਯਿਫਤਾਹ ਜਿੱਤਣ ਤੋਂ ਬਾਅਦ ਘਰ ਆਇਆ, ਉਸ ਦੀ ਇਕਲੌਤੀ ਪੁੱਤਰੀ ਉਸ ਦੇ ਸਾਹਮਣੇ ਆ ਗਈ। ਯਿਫਤਾਹ ਬਹੁਤ ਦੁਖੀ ਹੋਇਆ, ਪਰ ਅੰਤ ਵਿੱਚ ਉਸਨੂੰ ਆਪਣੀ ਕੁਆਰੀ ਪੁੱਤਰੀ ਦੀ ਬਲੀ ਦੇਣੀ ਪਈ ਅਤੇ ਯਹੂਦੀ ਕੁਆਰੀਆਂ ਹਰ ਸਾਲ 4 ਦਿਨ ਦੇ ਲਈ ਬਾਹਰ ਜਾ ਕੇ ਯਿਫਤਾਹ ਦੀ ਕੁਆਰੀ ਧੀ ਦਾ ਸੋਗ ਮਨਾਉਂਦੀਆਂ ਹਨ। ਯਿਫਤਾਹ ਨੇ ਪਰਮੇਸ਼ਰ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਕਿ ਉਹ ਮਨੁੱਖੀ ਬਲੀ ਚੜਾ ਰਿਹਾ ਸੀ, ਜਿਹੜਾ ਕਿ ਪਰਮੇਸ਼ਰ ਦੇ ਨੇਮ ਅਨੁਸਾਰ ਮਨਾ ਸੀ। ਅਸੀਂ ਪੜ੍ਹ ਸਕਦੇ ਹਾਂ ਲੈਵੀਟਿਕਸ ਚੈਪਟਰ 18 ਵਰਸ 21, ਲੈਵੀਟਿਕਸ ਚੈਪਟਰ 20 ਵਰਸਸ 1 till 5, ਲੇਵੀਆਂ ਦਾ ਪੁਸਤਕ ਚੈਪਟਰ 18 21 ਆਇਤ, ਲੇਵੀਆਂ ਦਾ ਗ੍ਰੰਥ ਚੈਪਟਰ 20 1 ਤੋਂ 5 ਆਇਤਾਂ। ਮੇਰੇ ਪ੍ਰਭੂ ਦੇ ਭੈਣੋ, ਅਸੀਂ ਪਰਮੇਸ਼ਰ ਅੱਗੇ ਪ੍ਰੋਮਿਸ ਕਰ ਸਕਦੇ ਹਾਂ, ਪਰ ਯਿਫਤਾਹ ਵਾਂਗ ਨਹੀਂ, ਜਿਸ ਨਾਲ ਬਾਅਦ ਵਿੱਚ ਦੁਖੀ ਅਤੇ ਨਿਰਾਸ਼ ਹੋਣਾ ਪਵੇ। ਸਾਡੇ ਲਈ ਪ੍ਰਭੂ ਪਰਮੇਸ਼ਰ ਦੇ ਅੱਗੇ ਆਗਿਆਕਾਰੀ ਬਣ ਕੇ ਰਹਿਣਾ ਹੀ ਬਹੁਤ ਹੈ। ਉਸ ਦੇ ਹੁਕਮਾਂ ਅਤੇ ਵਚਨਾਂ ਦੇ ਅਨੁਸਾਰ ਪ੍ਰਤਿਗਿਆ ਕਰਨੀ ਹੈ। ਪ੍ਰਭੂ ਪਰਮੇਸ਼ਰ ਆਪ ਸਾਰਿਆਂ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰ ਰਾਜ ਦੇ ਭਾਗੀ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ, ਅਸੀਂ ਆਪ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ। ਮੇਰੇ ਭੈਣ ਅਸੀਂ ਪੜ੍ਹਾਂਗੇ ਸੰਤ ਮਤੀ ਦੀ ਇੰਜੀਲ ਚੈਪਟਰ 22 1 ਤੋਂ 14 ਆਇਤਾਂ। ਸੈਂਟ ਮੈਥਿਊ ਚੈਪਟਰ 22 verses 1 till 14. Jesus told the parable of the wedding dinner. ਵਿਆਹ ਭੋਜ ਦੀ ਰੂਪ ਕਥਾ। ਯਿਸੂ ਨੇ ਲੋਕਾਂ ਨੂੰ ਫਿਰ ਰੂਪ ਕਥਾ ਦੁਆਰਾ ਕਹਿਣਾ ਸ਼ੁਰੂ ਕੀਤਾ। ਸੁਰ ਦਾ ਰਾਜ ਇੱਕ ਰਾਜਾ ਦੇ ਵਰਗਾ ਹੈ, ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਇੱਕ ਭੋਜ ਦਿੱਤਾ। ਉਸਨੇ ਆਪਣੇ ਨੌਕਰਾਂ ਨੂੰ ਵਿਆਹ ਭੋਜ ਵਿੱਚ ਸੱਦਿਆ ਹੋਇਆਂ ਨੂੰ ਸੱਦਾ ਦੇਣ ਲਈ ਘੱਲਿਆ, ਪਰ ਉਹਨਾਂ ਆਉਣ ਤੋਂ ਇਨਕਾਰ ਕੀਤਾ। ਇਸ ਲਈ ਉਸਨੇ ਕੁਝ ਹੋਰ ਨੌਕਰਾਂ ਨੂੰ ਇਹ ਕਹਿ ਕੇ ਸੱਦਿਆ ਹੋਇਆ ਪ੍ਰਾਹੁਣਿਆਂ ਕੋਲ ਘੱਲਿਆ, ਉਹਨਾਂ ਨੂੰ ਕਹੋ ਮੇਰਾ ਭੋਜ ਤਿਆਰ ਹੈ, ਮੇਰੇ ਪਲੇ ਹੋਏ ਅਤੇ ਮੋਟੇ ਜਾਨਵਰ ਕੱਟੇ ਜਾ ਚੁੱਕੇ ਹਨ ਅਤੇ ਬਾਕੀ ਸਭ ਕੁਝ ਤਿਆਰ ਹੈ, ਇਸ ਲਈ ਵਿਆਹ ਭੋਜ ਦੇ ਲਈ ਆਓ। ਪਰ ਸੱਦਿਆ ਹੋਇਆ ਪ੍ਰਾਹੁਣੇ ਨੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਬਾਹਰ ਚਲੇ ਗਏ। ਇੱਕ ਆਪਣੇ ਖੇਤ ਨੂੰ, ਦੂਜਾ ਦੁਕਾਨ ਨੂੰ। ਬਾਕੀਆਂ ਨੇ ਉਸ ਦੇ ਨੌਕਰਾਂ ਨੂੰ ਫੜ ਕੇ ਉਹਨੂੰ ਬੇਇੱਜ਼ਤ ਕੀਤਾ ਅਤੇ ਮਾਰ ਦਿੱਤਾ। ਰਾਜਾ ਇਸ 'ਤੇ ਬਹੁਤ ਗੁੱਸੇ ਹੋਇਆ, ਇਸ ਲਈ ਉਸਨੇ ਆਪਣੇ ਸੈਨਾ ਘੱਲ ਕੇ ਉਹਨਾਂ ਕਾਤਲਾਂ ਦਾ ਨਾਸ਼ ਕਰ ਦਿੱਤਾ ਔਰ ਸ਼ਹਿਰ ਨੂੰ ਅੱਗ ਲਾ ਦਿੱਤੀ। ਫਿਰ ਉਸਨੇ ਆਪਣੇ ਨੌਕਰਾਂ ਨੂੰ ਕਿਹਾ, ਮੇਰਾ ਵਿਆਹ ਭੋਜ ਤਾਂ ਤਿਆਰ ਹੈ, ਪਰ ਸੱਦੇ ਹੋਏ ਪ੍ਰਾਹੁਣੇ ਇਸ ਦੇ ਯੋਗ ਨਹੀਂ ਹਨ। ਇਸ ਲਈ ਤੁਸੀਂ ਸ਼ਹਿਰ ਦੇ ਚਰਵਾਹਿਆਂ 'ਤੇ ਜਾਓ ਅਤੇ ਭੋਜ ਦੇ ਲਈ ਜਿੰਨੇ ਵੀ ਤੁਹਾਨੂੰ ਮਿਲਣ ਸੱਦ ਲਿਆਓ। ਨੌਕਰ ਸੜਕਾਂ 'ਤੇ ਗਏ ਅਤੇ ਸਭ ਨੂੰ ਜੋ ਉਹਨਾਂ ਨੂੰ ਮਿਲੇ, ਅਰਥਾਤ ਚੰਗੇ ਮੰਦਿਆਂ ਨੂੰ ਸੱਦ ਲਿਆਏ, ਇੱਥੇ ਤੱਕ ਕਿ ਭੋਜ ਘਰ ਭਰ ਗਿਆ। ਫਿਰ ਰਾਜਾ ਪ੍ਰਾਹੁਣੇ ਨੂੰ ਮਿਲਣ ਦੇ ਲਈ ਆਇਆ। ਉੱਥੇ ਉਸਨੇ ਇੱਕ ਆਦਮੀ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ। ਰਾਜਾ ਨੇ ਉਸ ਆਦਮੀ ਤੋਂ ਪੁੱਛਿਆ, ਮਿੱਤਰ, ਤੂੰ ਇੱਥੇ ਬਿਨਾਂ ਵਿਆਹ ਵਾਲੇ ਕੱਪੜੇ ਪਾਇਆ ਕਿਸ ਤਰ੍ਹਾਂ ਆ ਗਿਆ? ਪਰ ਉਸ ਆਦਮੀ ਨੇ ਕੋਈ ਉੱਤਰ ਨਹੀਂ ਦਿੱਤਾ। ਇਸ ਲਈ ਰਾਜਾ ਨੇ ਸੇਵਕਾਂ ਨੂੰ ਕਿਹਾ, ਇਸ ਦੇ ਹੱਥ ਪੈਰ ਬੰਨ੍ਹੋ ਅਤੇ ਬਾਹਰ ਹਨੇਰੇ ਵਿੱਚ ਸੁੱਟ ਦਿਓ।
ਉੱਥੇ ਰੋਣਾ ਅਤੇ ਦੰਦਾਂ ਦਾ ਪੀਣਾ ਹੋਵੇਗਾ। ਯਿਸੂ ਨੇ ਅੰਤ ਵਿੱਚ ਕਿਹਾ, ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹੀ ਹਨ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਨੂੰ ਅੱਜ ਦੇ ਵਚਨ ਦਿੱਤੇ ਹਨ। ਮੇਰੇ ਭੈਣ ਪ੍ਰਭੂ ਯਿਸੂ ਨੇ ਲੋਕਾਂ ਨੂੰ ਇਹ ਰੂਪ ਕਥਾ ਵਿੱਚ ਸੁਰਗ ਦਾ ਰਾਜ ਇੱਕ ਰਾਜੇ ਦੇ ਵਰਗਾ ਦੱਸਿਆ ਗਿਆ ਹੈ, ਜਿਸ ਨੇ ਆਪਣੇ ਪੁੱਤਰ ਦੇ ਵਿਆਹ ਵਿੱਚ ਲੋਕਾਂ ਨੂੰ 2 ਵਾਰ ਸੁਨੇਹਾ ਭੇਜਿਆ, ਜਿਨ੍ਹਾਂ ਨੂੰ ਦਾਵਤ ਦਿੱਤੀ ਗਈ ਸੀ। ਪਹਿਲਾਂ ਪ੍ਰਾਹੁਣੇ ਨੂੰ ਭੋਜ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ, ਔਰ ਦੂਸਰੀ ਵਾਰੀ ਸੱਦਾ ਦਿੱਤਾ ਕਿ ਸਭ ਕੁਛ ਤਿਆਰ ਹੈ। ਇਸ ਪੈਰਾਬਲ ਵਿੱਚ ਰੂਪ ਕਥਾ ਸਟੋਰੀ ਵਿੱਚ ਰਾਜੇ ਨੇ ਆਪਣੇ ਪ੍ਰਾਹੁਣਿਆਂ ਨੂੰ 3 ਵਾਰ ਸੱਦਾ ਦਿੱਤਾ ਅਤੇ ਹਰ ਸਮੇਂ ਪ੍ਰਾਹੁਣਿਆਂ ਨੇ ਰਾਜੇ ਦੇ ਵਿਆਹ ਦੇ ਸੱਦੇ ਤੋਂ ਇਨਕਾਰ ਕਰ ਦਿੱਤਾ। ਉਹ ਕਈ ਬਹਾਨਾ ਬਣਾ ਕੇ ਨਹੀਂ ਆਏ। ਪਰਮੇਸ਼ਰ ਸਾਨੂੰ ਵੀ ਉਸਦੀ ਆਪਣੀ ਦਾਵਤ ਵਿੱਚ ਭੋਜ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹੈ, ਜਿਹੜਾ ਹਮੇਸ਼ਾ ਤੱਕ ਰਹੇਗਾ। ਇਸੇ ਕਾਰਨ ਸਾਨੂੰ ਸਭ ਨੂੰ ਵਾਰ-ਵਾਰ ਸੱਦੇ ਇਨਵੀਟੇਸ਼ਨ ਭੇਜਦਾ ਹੈ ਅਤੇ ਸਾਨੂੰ ਸਭ ਨੂੰ ਪਿਆਰ ਨਾਲ ਪ੍ਰਭੂ ਪਰਮੇਸ਼ਰ ਦੇ ਸੱਦੇ ਇਨਵੀਟੇਸ਼ਨ ਨੂੰ ਸਵੀਕਾਰ ਕਰਨਾ ਹੈ। ਇਹ ਸਭ ਰਸਮ ਰਿਵਾਜ ਸੀ ਕਿ ਵਿਆਹ ਵਾਲੇ ਪ੍ਰਾਹੁਣਿਆਂ ਲਈ ਦਾਵਤ ਜਾਂ ਵਿਆਹ ਭੋਜ ਲਈ ਵਿਆਹ ਵਾਲੇ ਕੱਪੜੇ ਹੀ ਪਹਿਨਣ ਨੂੰ ਦਿੱਤੇ ਜਾਂਦੇ ਸਨ। ਇਹ ਕੱਪੜੇ ਪਹਿਨਣ ਤੋਂ ਕੋਈ ਵੀ ਪ੍ਰਾਹੁਣਾ ਇਨਕਾਰ ਨਹੀਂ ਕਰਦਾ ਸੀ, ਕਿਉਂਕਿ ਇਸ ਨਾਲ ਘਰ ਵਾਲਿਆਂ ਦੀ ਬੇਇੱਜ਼ਤੀ ਹੁੰਦੀ ਸੀ। ਉਹ ਸੋਚਦਾ ਸੀ ਕਿ ਉਸ ਨੂੰ ਇਹਨਾਂ ਕੱਪੜਿਆਂ ਦੀ ਲੋੜ ਨਹੀਂ ਸੀ, ਜਾਂ ਉਹ ਵਿਆਹ ਭੋਜ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਨਹੀਂ ਚਾਹੁੰਦਾ ਸੀ। ਵਿਆਹ ਵਾਲੇ ਕੱਪੜੇ ਭਲਾਈ ਜਾਂ ਨੇਕ ਕੰਮ ਦਰਸਾਉਂਦੇ ਹਨ, ਜਿਸ ਨਾਲ ਪਰਮੇਸ਼ਰ ਦੇ ਰਾਜ ਵਿੱਚ ਸ਼ਾਮਲ ਹੋਣ ਦੀ ਲੋੜ ਹੈ। ਪਰਮੇਸ਼ਰ ਦੀ ਅੱਖਾਂ ਸਾਹਮਣੇ ਪੂਰਨ ਸਵੀਕਾਰ ਹੋਣਾ ਹੈ ਕਿ ਪ੍ਰਭੂ ਯਿਸੂ ਹਰ ਵਿਸ਼ਵਾਸੀ ਨੂੰ ਵਿਆਹ ਵਾਲੇ ਕੱਪੜੇ ਦਿੰਦਾ ਹੈ। ਪ੍ਰਭੂ ਯਿਸੂ ਨੇ ਇਹ ਭਲਾਈ ਦੇ ਕੱਪੜੇ, ਨੇਕੀ ਦੇ ਕੱਪੜੇ ਹਰ ਇੱਕ ਨੂੰ ਦਿੱਤੇ ਹਨ ਜੋ ਉਸ ਉੱਪਰ ਵਿਸ਼ਵਾਸ ਕਰਦਾ ਹੈ, ਉਸ ਦੇ ਵਚਨਾਂ ਅਤੇ ਹੁਕਮਾਂ ਦੀ ਪਾਲਣਾ ਕਰਦਾ ਹੈ। ਪਰ ਹਰ ਇੱਕ ਆਦਮੀ ਨੇ ਇਹ ਕੱਪੜੇ ਰਾਜੇ ਦੇ ਪੁੱਤਰ ਦੇ ਵਿਆਹ ਜਾਣ ਵਾਸਤੇ ਪਹਿਨਣ ਲਈ ਚੁਣਨੇ ਹਨ, ਸਵਰਗੀ ਜੀਵਨ ਪ੍ਰਾਪਤ ਕਰਨ ਲਈ ਚੁਣਨੇ ਹਨ। ਇਹ ਸਭ ਸੰਸਾਰ ਦੇ ਕੌਮਾਂ ਲਈ ਇਨਵੀਟੇਸ਼ਨ ਹੈ, ਸੱਦਾ ਹੈ, ਪਰ ਸਾਨੂੰ ਸਭ ਨੂੰ ਤਿਆਰ ਰਹਿਣਾ ਹੈ, ਆਪਣੀ ਤਿਆਰੀ ਕਰਨੀ ਹੈ। ਅਸੀਂ ਮੁਕਤੀ ਔਰ ਸਵਰਗੀ ਖੁਸ਼ੀ ਅਤੇ ਭਲਾਈ ਦੇ ਕੱਪੜਿਆਂ ਦੀ ਜ਼ਿਆਦਾ ਜਾਣਕਾਰੀ ਲਈ ਅਸੀਂ ਪੜ੍ਹ ਸਕਦੇ ਹਾਂ ਜਸਾਇਆ ਚੈਪਟਰ 61 ਦੀ 10 ਆਇਤ, ਜ਼ਕਰੀਆ ਦੀ ਪੁਸਤਕ ਚੈਪਟਰ 3 ਤੋਂ 5 ਆਇਤਾਂ, ਫਿਰ ਪ੍ਰਕਾਸ਼ ਦੀ ਪੋਥੀ ਚੈਪਟਰ 3 4 ਤੇ 5 ਆਇਤਾਂ, ਪ੍ਰਕਾਸ਼ ਦੀ ਪੋਥੀ ਚੈਪਟਰ 19 7 ਤੇ 8 ਆਇਤ, ਅਜ਼ਾਇਆ ਚੈਪਟਰ 61 verse 10, Zechariah chapter 3 verses 3 till 5, Revelation chapter 3 4 and 5, Revelation chapter 19 verses 7 and 8। ਮੇਰੇ ਪ੍ਰਭੂ ਦੇ ਭੈਣੋ, ਅੰਤ ਵਿੱਚ ਪ੍ਰਭੂ ਯਿਸੂ ਕਹਿੰਦੇ, ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹੀ ਹਨ। ਸਾਨੂੰ ਸਭ ਨੂੰ ਪ੍ਰਭੂ ਯਿਸੂ ਪਰ ਵਿਸ਼ਵਾਸ ਕਰਨਾ ਹੈ, ਉਸ ਦੇ ਰੂਹਾਨੀ ਵਿਆਹ ਭੋਜ ਦੇ ਸੱਦੇ ਨੂੰ ਸਵੀਕਾਰ ਕਰਨਾ ਹੈ, ਆਪਣੇ ਜੀਵਨ ਵਿੱਚ ਦੂਸਰਿਆਂ ਦੀਨ ਲੋਕਾਂ ਦੀ ਸੇਵਾ ਕਰਨੀ ਹੈ, ਹੰਬਲ ਲੋਕਾਂ ਦੀ ਸੇਵਾ ਕਰਨੀ ਹੈ। ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਨਾ ਅਤੇ ਸੁਣਨਾ ਹੈ, ਉਹਨਾਂ ਵਚਨਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਰਹਿਣਾ ਹੈ। ਪ੍ਰਭੂ ਪਰਮੇਸ਼ਰ ਆਪ ਸਾਰਿਆਂ ਨੂੰ ਤੇ ਮੈਨੂੰ ਵੀ ਮਾਫ ਕਰਕੇ ਅਨੰਤ ਜੀਵਨ ਦੇ ਭਾਗੀ ਬਣਾਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪ੍ਰਭੂ ਯਿਸੂ। ਅਸੀਂ ਆਪਦਾ ਬਹੁਤ ਧੰਨਵਾਦ ਕਰਦੇ, ਸ਼ੁਕਰ ਦੇ ਅੱਜ ਦੇ ਵਕਤ ਦੇ ਸਮੇਂ ਲਈ ਜੋ ਤੁਸੀਂ ਅੱਜ ਦੇ ਸਾਨੂੰ ਵਚਨ ਦਿੱਤੇ ਹਨ ਪ੍ਰਭੂ ਜੀ।
थैंक यू प्रभु जी। जिन्हें भी साढ़े भैन भरा आपका वचन पढ़ रहे सुन रहे आपके अगे दुआवां करते बेनतियां करते प्रभु यीशु जी, साढ़े विश्वास नूं वधाओ प्रभु यीशु जी, साढ़े ते कृपा करनी, दया करनी, पवित्र आत्मा का वरदान देना, पवित्र आत्मा की शक्ति देना, कि सब भैन भरा आपके सदे अनुसार काम करिए। आपका बार बार धन्नवाद करते प्रभु यीशु जी, तुसीं सानूं आपदे स्वर्ग राज दे भागी बनाया, स्वर्ग राज का रस्ता दिखाया। थैंक यू प्रभु जी, थैंक यू जीसस, हालेलुया। थैंक यू प्रभु जी, थैंक यू जीसस, हालेलुया। थैंक यू प्रभु जी, थैंक यू जीसस। सब भैन भरा मिल के प्रभु के पितर चरण की दुआ करिए, बेनतियां करिए, उसका धन्यवाद करिए। Hallelujah. Thank you, Jesus. Thank you. Thank you. Hallelujah. 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 Thank you. Thank you. Hallelujah. Almighty God, Heavenly Father, glory to you. Thank you. Thank you, Lord. Thank you, Lord. Thank you. We worship you. Thank you, Lord. Thank you, mighty God. Thank you. Thank you, Jesus. Thank you, Jesus. We love you, Lord Jesus. Thank you, Jesus. You are Savior of the whole world, Lord Jesus. Thank you, Jesus. Praise the Lord Jesus. Thank you, Jesus. You have authority over heaven and earth, Lord Jesus. Thank you, Jesus. We will believe you. We trust in you, Lord Jesus. Thank you, Jesus. You have forgiven our sins, Lord Jesus. Give us a new life, Lord Jesus. Thank you, Jesus. Thank you, Jesus. Hallelujah. Hallelujah. Yes. Thank you, Jesus. Nasri. Thank you, Jesus. Thank you, पिता परमेश्वर. Thank you, पिता परमेश्वर. पूरी कुदरत जमीन दे आसमान दे पैदा करने सर्व शक्तिमान साडे मुक्ति दा यीशु मसीह ਅਸੀਂ ਅੱਜ ਬੜਾ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਅੱਜ ਦੇ ਵਕਤ ਅੱਜ ਦੇ ਸਮੇਂ ਲਈ ਜਾਇ ਦੇ ਵਚਨਾਂ ਦਾ ਧੰਨਵਾਦ ਕਰਦੇ ਪਏ ਯੀਸ਼ु। ਜਿਨੇ ਵੀ ਸਾਡੇ ਭੈਣ ਭਰਾ ਆਪਦੇ ਅੱਗੇ ਦੁਆਵਾਂ ਕਰਦੇ ਆ, ਬੇਨਤੀ ਕਰਦੇ ਆ, ਪ੍ਰਭੂ ਯੀਸ਼ु ਸਾਡੇ ਸਭ ਤੇ ਰਹਿਮ ਕਰਾਂ, ਦਇਆ ਕਰਨੀ, ਕਿਰਪਾ ਕਰਨੀ ਯੀਸ਼ु। ਸਾਡੇ ਸਰੀਰ 'ਚ ਕੋਈ ਵੀ ਦੁੱਖ ਤਕਲੀਫ ਬਿਮਾਰੀ ਕਮਜ਼ੋਰੀ ਹੈ ਯੀਸ਼ु ਜੀ, ਆਪਦੇ ਬੱਚਿਆਂ ਨਾਲ ਸ਼ੁ ਕੇ ਸਾਨੂੰ ਤੰਦਰੁਸਤੀ ਚੰਗੇ ਦਿਨਾਂ ਯੀशु ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਉਹ ਘਰ ਉਹ ਜਗ੍ਹਾ ਧਨ ਹੈ ਜਿੱਥੇ ਆਪਦਾ ਵਚਨ ਪੜ੍ਹ ਜਾਂਦਾ, ਆਪਦਾ ਨਾਮ ਲਿਆ ਜਾਂਦਾ ਯੀशु ਨਾਲ ਸੀ, ਉਹਨਾਂ ਘਰਾਂ ਵਿੱਚ ਸ਼ਾਂਤੀ ਦੇਣੀ ਯੀशु ਨਾਲ ਸੀ, ਉਹਨਾਂ ਸਭ ਪਰਿਵਾਰਾਂ ਤੇ ਰਹਿਮ ਕਰਾਂ, ਦਇਆ ਕਰਨੀ ਯੀशु। ਉਹਨਾਂ ਦੇ ਘਰ ਦੇ ਇਰਦ ਗਿਰਦ ਆਪਦੇ ਦੂਤਾਂ ਦਾ ਪੈਰ ਲਗਾਉਣਾ ਯੀशु ਨਾਲ ਸੀ, ਹਰ ਸ਼ੈਤਾਨੀ ਤਾਕਤ ਤੋਂ ਬਚਾ ਰੱਖਣਾ, ਹਰ ਬਿਮਾਰੀ ਤੋਂ ਬਚਾ ਰੱਖਣਾ ਯੀशु ਨਾਲ ਸੀ। ਥੈਂਕ ਯੂ ਜੀਸਸ, ਤੇਰਾ ਨਾਮ ਪਵਿੱਤਰ ਤੇ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਯੀशु ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਆਪਦਾ ਨਾਮ ਸ਼ਕਤੀਸ਼ਾਲੀ ਹੈ ਯीशु, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਯीशु ਜੀ। ਥੈਂਕ ਯੂ ਜੀਸਸ, ਆਪਦੇ ਵਚਨ ਸੱਚੇ ਪਵਿੱਤਰ ਧੰਨ ਯीशु ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਯीशु ਨਾਲ ਸੀ। ਥੈਂਕ ਯੂ ਜੀਸਸ, ਆਪਦੇ ਵਚਨ ਸਾਨੂੰ ਦੱਸ ਰਹੇ ਯीशु ਜੀ। ਦੇਖੋ ਮੈਂ ਛੇਤੀ ਆ ਰਿਹਾ ਹੈ, ਹਰ ਮਨੁੱਖ ਨੂੰ ਉਸਦੇ ਕੀਤੇ ਅਨੁਸਾਰ ਬਦਲਾ ਦੇਣ ਦੇ ਲਈ ਇਨਾਮ ਮੇਰੇ ਕੋਲ ਹੈ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਆਪਣੇ ਜਿੰਨੇ ਸਾਡੇ ਭੈਣ ਭਰਾ ਆਪਦੇ ਵਿਸ਼ਵਾਸ ਕਰਕੇ ਆਪਦੇ ਕੋਲ ਆਉਂਦੇ ਹਨ, ਆਪਦੇ ਚਰਨਾਂ ਵਿੱਚ ਆਉਂਦੇ ਯीशु, ਸਭ ਦੇ ਰਹਿਮ ਕਰ, ਦਇਆ ਕਰਨੀ, ਕਿਰਪਾ ਕਰਨੀ, ਵਿਸ਼ਵਾਸ ਵਿੱਚ ਪੱਕੇ ਖੜਾ, ਹਰ ਬਿਮਾਰੀ ਤੋਂ ਬਚਾਏ ਖੜਾ, ਉਹਨਾਂ ਦੇ ਗੁਨਾਹ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ ਕਰ ਦਿਓ ਯीशु ਨਾਲ ਸੀ, ਸਵਰਗੀ ਜੀਵਨ ਦੇਣਾ ਯीशु ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। ਯीशु ਨਾਲ ਸੀ ਅਸੀਂ ਵਿਸ਼ਵਾਸ ਕਰਨੇ ਚ ਕਰਦੇ, ਆਪ ਨੂੰ ਪਿਆਰ ਕਰਦੇ ਯीशु ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਤੇਰਾ ਬਾਰ ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਹਾਂ ਜੀ, ਤੁਸੀਂ ਸਾਨੂੰ ਅੱਜ ਤੱਕ ਬਚਾ ਕੇ ਰੱਖਿਆ ਯीशु ਜੀ। ਥੈਂਕ ਯੂ ਪ੍ਰਭੂ ਜੀ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਹਾਂ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਵਿਸ਼ਵਾਸ ਕਰਦੇ ਹਾਂ, ਆਪਦੇ ਮੂੰਹ ਚੋਂ ਇੱਕ ਵਚਨ ਦੇ ਨਾਲ ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ, ਤੰਦਰੁਸਤੀ ਮਿਲਦੀ ਹੈ, ਚੰਗਾਈ ਮਿਲਦੀ ਹੈ ਯीशु ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਜੇ ਸਾਡੇ ਭੈਣ ਭਰਾ ਘਰਾਂ ਵਿੱਚ ਬਾਹਰ ਹਸਪੀਟਲ ਚ ਬਾਹਰ ਯीशु, ਉਹਨਾਂ ਸਭ ਲਈ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਉਹਨਾਂ ਦੀਆਂ ਬਿਮਾਰੀਆਂ ਤੋਂ ਉਹਨਾਂ ਨੂੰ ਸ਼ਿਫਾ ਦਿਓ, ਤੰਦਰੁਸਤੀ ਚੰਗਾਈ ਦਿਓ ਯीशु ਜੀ। ਥੈਂਕ ਯੂ ਜੀਸਸ। ਅਸੀਂ ਆਪਣੇ ਭਰਾ ਪਾਸੋਂ ਦੁਆ ਕਰਦੇ, ਪ੍ਰਾਰਥਨਾ ਕਰਦੇ ਹਾਂ ਆਪਣੇ ਯीशु ਨਾਲ ਸੀ, ਉਹ ਸਾਡਾ ਭਰਾ ਯीशु ਆਪਦਾ ਦਾਸ, ਆਪਦਾ ਪੁੱਤਰ ਹੈ ਯीशु ਨਾਲ ਸੀ, ਉਸਦੇ ਸਰੀਰ ਚ ਕੋਈ ਵੀ ਦੁੱਖ ਤਕਲੀਫ ਬਿਮਾਰੀ ਹੋ ਯीशु ਜੀ, ਉਸ ਨੂੰ ਤੰਦਰੁਸਤੀ ਚੰਗਾਈ ਦਿਓ ਯीशु ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਅਸੀਂ ਨਰਸਾਂ ਲਈ, ਡਾਕਟਰਾਂ ਲਈ, ਹਸਪੀਟਲ ਚ ਕੰਮ ਕਰਨ ਵਾਲੇ ਦੁਆ ਕਰਦੇ, ਜਿਹੜੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਪਲੀਜ਼ ਉਹਨਾਂ ਦੀ ਪਵਿੱਤਰ ਆਤਮਾ ਅਗਵਾਈ ਕਰਨੀ, ਹਰ ਬਿਮਾਰੀ ਤੋਂ ਬਚਾ ਰੱਖਣਾ ਯीशु ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਅਸੀਂ ਨਰਸਾਂ ਲਈ ਯीशु ਨਾਲ ਸੀ, ਜੇ ਸਾਡੇ ਭੈਣ ਭਰਾਵਾਂ ਨੇ ਜੇ ਨਰਸਾਂ ਦੇ ਜਾਂ ਡਾਕਟਰ ਕੰਮ ਕਰਦੇ ਹਨ, ਜਿਹਨਾਂ ਪ੍ਰਾਰਥਨਾ ਕਰਨ ਲਈ ਆਖਿਆ ਯीशु ਜੀ, ਉਹਨਾਂ ਸਭ ਲਈ ਅਸੀਂ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਯीशु ਜੀ, ਹਰ ਬਿਮਾਰੀ ਤੋਂ ਬਚਾ ਰੱਖਣਾ ਯीशु ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। ਯीशु ਨਾਲ ਸੀ, ਤੇਰਾ ਨਾਮ ਪਵਿੱਤਰ ਸ਼ੁੱਧ ਹੈ ਯीशु ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਅਸੀਂ ਗਰੀਬ ਲੋਕਾਂ ਦੇ ਭੈਣ ਭਰਾਵਾਂ ਦੀ ਦੁਆ ਕਰਦੇ ਹਾਂ ਯीशु ਜੀ, ਉਹਨਾਂ ਦੀ ਜ਼ਰੂਰਤਾਂ ਲੋੜਾਂ ਪੂਰਾ ਕਰੋ ਯीशु ਜੀ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਸਭ ਲਈ ਦੁਆ ਕਰਦੇ ਹਾਂ, ਉਹਨਾਂ ਦੇ ਕੰਮਾਂ ਕਾਰਾਂ 'ਚ ਬਰਕਤ ਦਿਓ, ਉਹਨਾਂ ਦੇ ਘਰ ਵਿੱਚ ਸ਼ਾਂਤੀ ਦਿਓ ਯीशु ਜੀ, ਉਹਨਾਂ ਦੇ ਬੱਚਿਆਂ ਦੇ ਰਹਿਮ ਕਰੋ, ਘਰਾਂ ਵਿੱਚ ਸ਼ਾਂਤੀ ਦਿਓ ਯीशु ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਯीशु ਨਾਲ ਸੀ, ਤੇਰਾ ਬਾਰ ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਹਾਂ, ਉਹਨਾਂ ਭੈਣਾਂ ਲਈ ਦੁਆ ਕਰਦੇ ਯीशु ਜੀ, ਜਿਨ੍ਹਾਂ ਦੇ ਕੋਲ ਬੱਚਿਆਂ ਦੀ ਔਲਾਦ ਨਹੀਂ ਹੈ ਯीशु ਜੀ, ਉਹਨਾਂ ਆਪਦੇ ਅੱਗੇ ਦੁਆਵਾਂ ਕਰਦੀਆਂ, ਬੇਨਤੀਆਂ ਕਰਦੇ ਯीशु, ਉਹਨਾਂ ਦੀ ਪ੍ਰਾਰਥਨਾ ਸੁਣੋ, ਉਹਨਾਂ ਦੇ ਬੱਚਿਆਂ ਦਾ ਵਰਤਾਨ ਦਿਓ ਯीशु ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਯीशु ਨਾਲ ਸੀ, ਤੇਰਾ ਨਾਮ ਪਵਿੱਤਰ ਸ਼ੁੱਧ ਹੈ ਯीशु, ਆਪਦੇ ਪਿੱਤਰ ਚਰਨ ਦੁਆ ਕਰਦੇ ਹਾਂ। ਜੇ ਸਾਡੇ ਭੈਣ ਭਰਾ ਪ੍ਰਚਾਰ ਕਰਦੇ ਹਨ ਤੇਰੇ ਨਾਮ ਦੀ ਖਾਤਰ, ਤੇਰੇ ਵਚਨ ਸੁਣਾਉਂਦੇ ਸਮੇਂ ਯीशु ਨਾਲ ਦੇ ਜ਼ੁਲਮ ਦੇ ਅਤਿਆਚਾਰ ਦੇ, ਉਹਨਾਂ ਸਭ ਲਈ ਦੁਆ ਕਰਦੇ, ਬੇਨਤੀਆਂ ਕਰਦੇ ਯीशु, ਪਿੱਤਰ ਆਤਮਾ ਅਗਵਾਈ ਕਰਨੀ, ਹਰ ਬਿਮਾਰੀ ਤੋਂ ਬਚਾ ਰੱਖਣਾ, ਹਰ ਵਿਸ਼ਵਾਸ ਵਿੱਚ ਪੱਕੇ ਰੱਖਣਾ ਯीशु, ਹਰ ਸ਼ੈਤਾਨੀ ਤਾਕਤ ਤੋਂ ਬਚਾ ਰੱਖਣਾ
यीशु जी। थैंक यू जीसस, थैंक यू जीसस। हालेलुया यीशु नासी तेरा नाम पवित्र तेरा शुद्ध है यीशु जी। थैंक यू प्रभु जी, थैंक यू जीसस, थैंक यू जीसस। ਅਸੀਂ ਦੁਆ ਕਰਦੇ ਹਾਂ ਜੀ ਸਾਡੇ ਮੈਂ ਡਰੁੱਕ ਕਰਦੇ ਨਸ਼ਾ ਕਰਦੇ ਯੀਸ਼ੂ ਜੀ, ਆਪਣੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਰਹੇ ਹਾਂ ਯੀਸ਼ੂ ਜੀ। ਪਲੀਜ਼ ਬੁਰੀਆਂ ਆਦਤਾਂ ਤੋਂ ਉਹਨਾਂ ਨੂੰ ਬਚਾ ਕੇ ਰੱਖੋ ਯੀਸ਼ੂ ਜੀ। ਚੰਗੇ ਚੰਗੇ ਰਸੋਲ ਵਿਚਾਰ ਦਿਓ, ਚੰਗੀ ਕੰਪਨੀ ਦਿਓ ਯੀਸ਼ੂ ਨਾਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ ਯੀਸ਼ੂ ਨਾਸੀ ਤੇਰਾ ਨਾਮ ਪਵਿੱਤਰ ਤੇਰਾ ਸ਼ੁੱਧ ਹੈ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਯੀਸ਼ੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪਰ ਯੀਸ਼ੂ ਜਿਨੇ ਸਾਡੇ ਭੈਣ ਭਰਾ ਆਪਦੇ ਅੱਗੇ ਦੁਆਵਾਂ ਕਰਦੇ, ਬੇਨਤੀ ਕਰਦੇ, ਵਿਸ਼ਵਾਸ ਕਰਦੇ ਯੀਸ਼ੂ ਜੀ। ਪਰ ਯੀਸ਼ੂ ਨਾਸੀ ਉਹਨਾਂ ਸਭ ਤੇ ਰਹਿਮ ਕਰ, ਦਇਆ ਕਰਨੀ, ਕਿਰਪਾ ਕਰਨੀ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਸਭ ਭੈਣ ਭਰਾ ਮਿਲ ਕੇ ਆਪਦੇ ਅੱਗੇ ਦੁਆਵਾਂ ਕਰਦੇ ਹਾਂ। ਜਿਹੜੀਆਂ ਗੰਭੀਰ ਬਿਮਾਰੀਆਂ ਸਾਰੇ ਸੰਸਾਰ 'ਚ ਫੈਲੀਆਂ, ਇਹਨਾਂ ਬਿਮਾਰੀਆਂ ਨੂੰ ਪਰ ਜਲਦੀ ਤੋਂ ਜਲਦੀ ਨਸ਼ਟ ਕਰੋ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ ਯੀਸ਼ੂ ਨਾਸੀ ਤੇਰਾ ਬਹੁਤ ਧੰਨਵਾਦ ਕਰਦੇ, ਸ਼ੁਕਰ ਕਰਦੇ ਯੀਸ਼ੂ ਜੀ। ਆਪਦੇ ਵਿਸ਼ਵਾਸ ਵਿੱਚ ਆਣਗੇ ਅਸੀਂ ਦੁਆਵਾਂ ਕਰਦੇ ਹਾਂ, ਬੇਨਤੀਆਂ ਕਰਦੇ ਯੀਸ਼ੂ ਜੀ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਸਵਰਗਾਂ 'ਚ ਆਪਦੇ ਪਿਤਾ ਸੱਜੇ ਪਾਸੇ ਬੈਠੇ ਹੋ, ਸਭ ਦੀ ਦੁਆ ਸੁਣਦੇ, ਸਾਡੀ ਵੀ ਦੁਆ ਸੁਣਨਾ ਕਬੂਲ ਕਰਨਾ। ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ, ਆਮੀਨ। ਹਾਲੇਲੂਇਆ, ਥੈਂਕ ਯੂ ਜੀਸਸ। Hallelujah. Thank you, Jesus. Thank you, Jesus. Thank you, Jesus. प्रभु यीशु मसीह की सिखाई प्रार्थना, our Lord's prayer, ऐ साडे बाप जो तू आसमान ते है, तेरा नाम पाक मनिया जावे, तेरा राज आवे, तेरी मर्जी जिहड़ी आसमान ते पूरी हुंदी है जमीन ते पूरी होवे। साडे रोज़ रोटी सानू अज दे, साडे कसूर सानू माफ़ कर जिस तरह असीं अपने कसूर माफ़ करदे हां। सानू इस मैसे च ना पा, सगों बुराई तो बचा, क्योंकि बादशाह कुदरत जलाल सदा हमेशा आपदे हन, आमीन। थैंक यू जीसस। मां मरियम, संतरी मां ट्रीजा, सारे संतां दे फरिश्तिਆਂ ਨੂੰ ਅਸੀਂ ਸਪਰਸ਼ ਕਰਦੇ ਹਾਂ, ਕਿਉਂਕਿ ਸਵਰਗਾਂ 'ਚ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ। ਜੇ ਸਾਡੇ ਭੈਣ ਭਰਾ ਨਵੇਂ ਵਿਸ਼ਵਾਸ ਵਿੱਚ ਆ ਰਹੇ ਹਨ, ਪ੍ਰਭੂ ਯਿਸੂ ਉਹਨਾਂ ਦੇ ਵਿਸ਼ਵਾਸ ਨੂੰ ਪੱਕੇ ਰੱਖੇ, ਉਹਨਾਂ 'ਤੇ ਰਹਿਮ ਕਰੇ, ਦਇਆ ਕਰੇ, ਪਵਿੱਤਰ ਆਤਮਾ ਦਾ ਵਰਦਾਨ ਦੇਵੇ। ਥੈਂਕ ਯੂ ਜੀਸਸ। ਹਾਲੇਲੂਇਆ। ਸਲਾਮੇ ਮਰੀਮ ਫਜਨਾ ਪਰੀ ਖੁਦਾਵੰਦ ਤੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਧਨ ਹੈ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਬਾਪ ਬੇਟਾ ਦਰੂਪਾ ਦੀ ਵਡਿਆਈ ਹੋਵੇ, ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ, ਆਮੀਨ। ਐ ਮਿਹਨਤ ਮੇਵਾ ਯਿਸੂ, ਸਾਡੇ ਗੁਨਾਹ ਸਾਨੂੰ ਮਾਫ਼ ਕਰ, ਨਰਕ ਦੀ ਅੱਗ ਤੋਂ ਸਾਨੂੰ ਬਚਾ, ਸਭ ਰੂਹਾਂ ਨੂੰ ਸਵਰਗ ਵੱਲ ਖਿੱਚ ਲੈ, ਖਾਸ ਕਰਕੇ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ, ਆਮੀਨ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦਇਆ ਤੇ ਸ਼ਾਂਤੀ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ, ਆਮੀਨ। ਗੋਡ ਬਲੈਸ ਯੂ in the name of Father, Son and the Holy Spirit। ਬਾਪ ਬੇਟਾ ਤੇਰੇ ਪਾਦ ਨਾਮ ਤੇ, ਆਮੀਨ।